ਬਿਸਮਿल्लाहिर्रहमानिर्रहीम अस्सलामुअलैकुम खुश आमदीद। पाकिस्तानी खानिਆਂ ਦੇ ਵਿੱਚ ਬਿਰਿਆਨੀ ਨੂੰ ਉਹ ਵਾਲੀ ਅਹਿਮੀਅਤ ਹਾਸਲ ਹੈ ਜਿਹੜੀ ਇਮਰਾਨ ਖਾਨ ਨੂੰ ਪਾਕਿਸਤਾਨ ਵਿੱਚ ਹਾਸਲ ਹੈ। ਜੀ ਬਿਲਕੁਲ ਤੁਸੀਂ ਸਹੀ ਸਮਝ ਰਹੇ ਹੋ। ਅੱਜ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂਗੀ 3 ਕਿਲੋ ਚਾਵਲ ਤੇ 3 ਕਿਲੋ ਚਿਕਨ ਦੀ ਪਰਫੈਕਟ ਬਿਰਿਆਨੀ ਦੀ ਰੈਸਪੀ, ਜਿਹਨੂੰ ਪਰਫੈਕਟ ਮੇਜ਼ਰਮੈਂਟ ਦੇ ਨਾਲ ਮੈਂ ਤੁਹਾਨੂੰ ਦੱਸੂਗੀ ਕਿ ਇਹਦੇ ਵਿੱਚ ਕਿੰਨੀਆਂ ਕਿੰਨੀਆਂ ਚੀਜ਼ਾਂ ਪਾਣੀਆਂ ਤੇ ਤੁਹਾਡੀ ਬਿਰਿਆਨੀ ਬਿਲਕੁਲ ਪਰਫੈਕਟ ਬਣੂਗੀ। ਕਿਉਂਕਿ ਮੈਂ ਤੁਹਾਨੂੰ ਨਾਪ ਕੇ ਇਹ ਚੀਜ਼ਾਂ ਦੱਸੂਗੀ ਕਿ ਇੰਨੇ ਚਮਚ ਤੁਸੀਂ ਇਹਦੇ ਵਿੱਚ ਨਮਕ ਪਾਣਾ, ਇੰਨੇ ਚਮਚ ਤੁਸੀਂ ਮਿਰਚਾਂ ਪਾਣੀਆਂ, ਇੰਨੇ ਤੁਸੀਂ ਪਿਆਜ਼ ਪਾਣੇ ਤੇ ਤੁਹਾਡੀ ਬਿਰਿਆਨੀ ਇੱਕਦਮ ਪਰਫੈਕਟ ਬਣੂਗੀ ਔਰ ਖਿਲੀ ਖਿਲੀ ਬਣੂਗੀ। ਇਹਦੇ ਵਿੱਚ ਤੁਸੀਂ ਘੀ ਕਿੰਨਾ ਪਾਣਾ ਹੈ, ਉਹਦੇ ਕੋਰਮਾ ਕਿਸ ਤਰ੍ਹਾਂ ਤਿਆਰ ਕਰਨਾ ਹੈ, ਗੋਸ਼ਤ ਦੇ ਵਿੱਚ ਜ਼ਾਇਕਾ ਕਿਸ ਤਰ੍ਹਾਂ ਲੈ ਕੇ ਆਉਣਾ ਹੈ, ਬੋਟੀਆਂ ਨੂੰ ਜ਼ਾਇਕੇਦਾਰ ਕਿਵੇਂ ਬਣਾਉਣਾ ਹੈ, ਬਿਰਿਆਨੀ ਦੀ ਖੁਸ਼ਬੂ ਕਿਸ ਤਰ੍ਹਾਂ ਲੈ ਕੇ ਆਉਣੀ ਹੈ ਜਿਹੜੀ ਹੋਟਲਾਂ ਦੇ ਵਿੱਚ ਆਉਂਦੀ, ਉਹਦੇ ਜ਼ਾਇਕੇ ਨੂੰ ਔਰ ਕਲਰ ਨੂੰ ਕਿਸ ਤਰ੍ਹਾਂ ਬਿਹਤਰ ਕਰਨਾ ਹੈ, ਇਹ ਸਾਰੀਆਂ ਟਿਪ ਮੈਂ ਤੁਹਾਨੂੰ ਅੱਜ ਇਸ ਰੈਸਪੀ ਦੇ ਵਿੱਚ ਦਊਂਗੀ। ਇਸ ਤੋਂ ਬਾਅਦ ਤੁਸੀਂ ਇਹ ਬਿਰਿਆਨੀ ਦਾ ਤਰੀਕਾ ਸਿੱਖ ਕੇ ਨਾ ਸਿਰਫ ਆਪਣੇ ਘਰ ਵਿੱਚ ਅੱਛੀ ਬਿਰਿਆਨੀ ਬਣਾਓਗੇ ਬਲਕਿ ਇਹਦੇ ਨਾਲ ਤੁਸੀਂ ਆਪਣਾ ਕਾਰੋਬਾਰ ਵੀ ਕਰ ਸਕਦੇ ਹੋ। ਤੇ ਚਲੋ ਜੀ ਰੈਸਪੀ ਸ਼ੁਰੂ ਕਰ ਲੈਂਦੇ ਹਾਂ। ਆਹ ਜਿਹੜਾ ਚਮਚ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇਹ ਚਮਚ ਮੈਂ ਤੁਹਾਨੂੰ ਇਸੇ ਤਰ੍ਹਾਂ ਨਹੀਂ ਇਹਨੂੰ ਨਚਾ ਰਹੀ ਬਲਕਿ ਇਹ ਵਾਲਾ ਚਮਚ ਦੇ ਨਾਲ ਮੈਂ ਨਾਪ ਕੀਤਾ। ਇਹ ਦੇਖੋ ਇਸ ਤਰ੍ਹਾਂ 1 ਚਮਚ ਨਮਕ ਦਾ ਭਰਨਾ। ਇਹ 1 ਕਿਲੋ ਚਿਕਨ ਦੇ ਕੋਰਮੇ ਲਈ 1 ਚਮਚ ਨਮਕ ਦਾ ਕਾਫੀ ਹੈ। ਅੱਜ ਤੋਂ ਬਾਅਦ ਤੁਹਾਡਾ ਨਮਕ ਕਦੇ ਵੀ ਘੱਟ ਵੱਧ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਦੇ 3 ਚਮਚ 3 ਕਿਲੋ ਚਿਕਨ ਦੇ ਕੋਰਮੇ ਵਿੱਚ ਹੋਣਗੇ। ਸਭ ਤੋਂ ਪਹਿਲਾਂ ਚਾਵਲ ਬੋਇਲ ਕਰਨ ਲਈ ਆਪਾਂ ਰੱਖ ਦਿੰਦੇ ਹਾਂ। 10 ਕਿਲੋ ਪਾਣੀ ਲੈ ਲਿਆ ਮੈਂ। ਇੱਕ ਬੜੇ ਔਰ ਖੁੱਲ੍ਹੇ ਬਰਤਨ ਦੇ ਵਿੱਚ 3 ਕਿਲੋ ਚਾਵਲ ਬੋਇਲ ਕਰਨੇ ਆ ਔਰ ਵਿੱਚ ਤੇਜ਼ ਪੱਤੇ, ਦਾਲਚੀਨੀ ਦੇ 2 ਟੁਕੜੇ, 1 ਚਮਚ ਆ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਤਾਂ ਜ਼ੀਰੇ ਦਾ ਭਰ ਕੇ ਇਹਦੇ ਵਿੱਚ ਪਾ ਦੇਣਾ ਔਰ ਥੋੜ੍ਹਾ ਜਿਹਾ ਇਹਦੇ ਵਿੱਚ ਪਾ ਦੇਣਾ ਅਸੀਂ ਸਿਰਕਾ। ਕਿੰਨਾ 3 ਤੋਂ 4 ਖਾਣੇ ਦੇ ਚਮਚ ਤੁਸੀਂ ਇਹਦੇ ਵਿੱਚ ਪਾ ਲਓ, ਇਹ ਤਾਂ ਕੋਈ ਟੈਨਸ਼ਨ ਨਹੀਂ, ਇਹਨੂੰ ਤੁਸੀਂ ਘੱਟ ਵੱਧ ਕਰ ਸਕਦੇ ਹੋ। ਸਿਰਕਾ ਤੁਹਾਡੇ ਚਾਵਲਾਂ ਨੂੰ ਜੁੜਨ ਨਹੀਂ ਦੇਗਾ ਤੇ ਕੱਲੇ ਕੱਲੇ ਰੱਖੇਗਾ। ਹੋਰ ਨਾਲ ਅਸੀਂ ਇਹਦੇ ਵਿੱਚ ਨਮਕ ਪਾ ਲੈਣਾ। ਇਹ ਵਾਲਾ ਨਮਕ ਚਾਵਲਾਂ 'ਚ 1.5 ਚਮਚ ਆ। 1 ਕਿਲੋ ਚਾਵਲਾਂ 'ਚ 1.5 ਚਮਚ ਚਾਵਲਾਂ ਦਾ ਪੈਣਾ। ਮੈਂ ਇਹਦੇ ਵਿੱਚ 4.5 ਚਮਚ ਖਾਣੇ ਵਾਲੇ ਆ ਜਿਹੜੇ ਉਹ ਨਮਕ ਪਾਇਆ ਆ। 3 ਕਿਲੋ ਚਾਵਲਾਂ 'ਚ ਪਰਫੈਕਟ ਆਇਆ ਆ, ਬਿਲਕੁਲ ਪਰਫੈਕਟ, 1% ਵੀ ਕਮੀ ਨਹੀਂ ਹੋਈ। ਚਾਵਲ ਪਾਣੀ ਨੂੰ ਬੋਇਲ ਕਰਨ ਲਈ ਰੱਖ ਦਿੱਤਾ। ਹੁਣ ਇਹਦੇ ਵਿੱਚ ਪਾਣਾ ਆਇਲ। ਆਇਲ ਆ ਜਿਹੜਾ 3 ਕਿਲੋ ਚਾਵਲਾਂ 'ਚ 3 ਪਾਈ ਆਇਲ ਜਾਣਾ ਕਿਉਂਕਿ 3 ਕਿਲੋ ਚਿਕਨ ਇਹਦੇ ਵਿੱਚ। ਔਰ ਆਇਲ ਇਸ ਲਈ ਥੋੜ੍ਹਾ ਜਿਹਾ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਵੇਗਾ ਕਿਉਂਕਿ ਬਾਜ਼ ਲੋਕ ਚਾਵਲਾਂ ਨੂੰ ਜਦੋਂ ਤਹਿ ਲਾਉਂਦੇ ਨੇ ਉਹਦੇ ਉੱਤੇ ਪਾਉਂਦੇ ਨੇ ਆਇਲ। ਉਹ ਵਾਲਾ ਆਇਲ ਮੈਂ ਉੱਤੇ ਨਹੀਂ ਪਾਉਣਾ, ਮੈਂ ਇਹਦੇ ਕੋਰਮੇ ਵਿੱਚ ਹੀ ਸ਼ਾਮਲ ਕਰ ਲੈਣਾ ਤਾਂ ਕਿ ਸਾਡੇ ਚਾਵਲਾਂ 'ਚ ਯਕਸਾਂ ਹੋ ਜਾਵੇ। ਔਰ 3 ਪਾਈਆ ਪਿਆਜ਼। ਕਿੰਨਾ 3 ਪਾਈਆ ਪਿਆਜ਼ ਬਾਰੀਕ ਇਸ ਤਰ੍ਹਾਂ ਸਲਾਈਸ 'ਚ ਕੱਟ ਲੈਣਾ ਔਰ ਇਹਨੂੰ ਬਿਲਕੁਲ ਅਸੀਂ ਗੋਲਡਨ ਬਰਾਊਨ ਕਰਨਾ। ਇਸ ਤਰ੍ਹਾਂ ਜਿਸ ਤਰ੍ਹਾਂ ਬਿਰਿਆਨੀ ਦਾ ਪਿਆਜ਼ ਹੁੰਦਾ ਗੋਲਡਨ ਬਰਾਊਨ ਕਰਕੇ ਅਸੀਂ ਇਹਦੇ ਵਿੱਚੋਂ ਅੱਧਾ ਪਿਆਜ਼ ਕੱਢ ਲੈਣਾ, ਅੱਧਾ ਅਸੀਂ ਇਹਦੇ ਕੋਰਮੇ ਦੇ ਵਿੱਚ ਸ਼ਾਮਲ ਕਰ ਦੇਣਾ। ਜਦੋਂ ਤੱਕ ਪਿਆਜ਼ ਗੋਲਡਨ ਬਰਾਊਨ ਹੁੰਦਾ ਤੁਸੀਂ ਜਾਓ ਫਟਾਫਟ ਵੀਡੀਓ ਨੂੰ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ। ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਨਾਲ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ। ਇੰਨੇ ਚਿਰ ਨੂੰ ਆਪਣੇ ਪਿਆਜ਼ ਹੋ ਗਏ ਨੇ ਗੋਲਡਨ ਬਰਾਊਨ। ਇਹਦੇ ਵਿੱਚੋਂ ਮੈਂ ਇੱਕ ਹਿੱਸਾ ਤਕਰੀਬਨ 1.5 ਹਿੱਸਾ ਇਹਦੇ ਵਿੱਚੋਂ ਨਾ ਮੈਂ ਪਿਆਜ਼ ਕੱਢ ਕੇ ਰੱਖ ਲੈਣੇ ਨੇ ਤਾਂ ਕਿ ਇਹ ਵਾਲੇ ਜਿਹੜੇ ਪਿਆਜ਼ ਨੇ ਮੈਨੂੰ ਜਦੋਂ ਬਿਰਿਆਨੀ ਦੀ ਤਹਿ ਲਾਵਾਂਗੇ ਉਹਦੇ ਉੱਤੇ ਦਮ ਦੇ ਤੌਰ ਪਰ ਕੰਮ ਆਉਣਗੇ। ਆਪਾਂ ਬਿਲਕੁਲ ਪਰਫੈਕਟ ਰੈਸਪੀ ਦੇ ਰਹੀ ਹਾਂ ਤੁਹਾਨੂੰ, ਤੁਸੀਂ ਯਕੀਨ ਕਰੋਗੇ। ਅਗਰ ਅੱਜ ਤੋਂ ਬਾਅਦ ਤੁਹਾਡੀ ਬਿਰਿਆਨੀ ਦੇ ਵਿੱਚ ਕਦੇ ਨਮਕ ਜ਼ਿਆਦਾ ਹੋ ਜਾਏ ਜਾਂ ਕਦੇ ਕਮ ਹੋ ਜਾਏ ਤਾਂ ਤੁਸੀਂ ਫਿਰ ਮੇਰੀ ਵੀਡੀਓ ਦੇ ਥੱਲੇ ਆ ਕੇ ਕਮੈਂਟ ਜ਼ਰੂਰ ਕਰਿਓ ਕਿ ਅਸੀਂ ਇਸ ਵੀਡੀਓ ਨੂੰ ਫਾਲੋ ਕੀਤਾ ਸੀ ਅਤੇ ਸਾਡੀ ਬਿਰਿਆਨੀ ਖਰਾਬ ਹੋ ਗਈ। ਪਿਆਜ਼ ਕੱਟ ਕੇ ਅਸੀਂ ਰੱਖ ਲਏ। ਹੁਣ ਅਸੀਂ ਇਹਦੇ ਵਿੱਚ ਪਾ ਦੇਣਾ ਲਸਣ ਅਦਰਕ ਦਾ ਪੀਸ। 10 ਗ੍ਰਾਮ ਲਸਣ, 10 ਗ੍ਰਾਮ ਅਦਰਕ। ਇਹਨੂੰ ਕੁੱਟ ਲੈਣਾ। ਕੁੱਟ ਕੇ ਇਹਨੂੰ ਚੰਗੀ ਤਰ੍ਹਾਂ ਬਰੀਕ ਕੁੱਟ ਕੇ ਇਹਦਾ ਪੇਸਟ ਬਣਾ ਲਓ। ਚਾਹੇ ਇਹਨੂੰ ਕੂੰਡੀ 'ਚ ਕੁੱਟ ਲਓ, ਚਾਹੇ ਇਹਨੂੰ ਗ੍ਰਾਈਂਡਰ 'ਚ ਤੁਸੀਂ ਪੇਸਟ ਬਣਾ ਲਓ। ਇਹਦੇ ਵਿੱਚ ਅਸੀਂ ਪਿਆਜ਼ਾਂ ਦੇ ਵਿੱਚ ਇਹਨੂੰ ਪਾ ਕੇ ਵੀ ਇਹਨੂੰ ਵੀ ਹਲਕਾ ਜਿਹਾ ਕਲਰ ਦੇ ਦੇਣਾ। ਇੰਨਾ ਜ਼ਿਆਦਾ ਕਲਰ ਨਹੀਂ ਇਹਨੂੰ ਦੇਣਾ ਕਿ ਜਿਹੜੇ ਪਿਆਜ਼ ਸਾਡੇ ਜਲ ਜਾਣ, ਕਾਲੇ ਲੱਗਣ ਲੱਗ ਜਾਣ। ਪਿਆਜ਼ਾਂ ਦਾ ਕਲਰ ਬਿਲਕੁਲ ਚੇਂਜ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਹੀ ਲਸਣ ਦਾ ਅਦਰਕ ਦਾ ਪਾਣੀ ਖੁਸ਼ਕ ਹੋਏਗਾ ਇਹ ਕਲਰ ਫੜ ਲਏਗਾ, ਨਾਲ ਹੀ ਆਪਾਂ ਇਹਦੇ ਵਿੱਚ ਚਿਕਨ ਐਡ ਕਰ ਦੇਣਾ। ਚਿਕਨ ਆ 3 ਕਿਲੋ ਮੇਰੇ ਕੋਲ, ਦਰਮਿਆਨੀ ਬੋਟੀ, ਨਾ ਬਹੁਤ ਵੱਡੀ ਨਾ ਬਹੁਤ ਛੋਟੀ, ਦਰਮਿਆਨੀ ਬੋਟੀ ਬਣਾਈ। ਇਹਨੂੰ ਧੋ ਕੇ ਬਿਲਕੁਲ ਅੱਛੇ ਸੇ ਖੁਸ਼ਕ ਕਰ ਲਓ। ਸਿਰਕੇ ਦੇ ਪਾਣੀ ਨਾਲ ਧੋ ਲਓ ਇਹਨੂੰ। ਸਿਰਕੇ 'ਚ ਪਾ ਕੇ ਬਿਲਕੁਲ ਸਾਫ਼ ਸੁਥਰਾ ਨੀਟ ਚਿਕਨ ਕਰ ਲਓ। ਆ ਦੇਖੋ ਮਾਸ਼ਾਅੱਲਾ ਤੁਸੀਂ ਕਿੰਨਾ ਸਾਫ਼ ਸੁਥਰਾ ਨੀਟ ਚਿਕਨ। ਹੁਣ ਇਹਨੂੰ ਅਸੀਂ ਘੀ 'ਚ ਪਾਉਣਾ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਬੋਟੀਆਂ 'ਚ ਟੇਸਟ ਆਵੇ, ਮੇਰਾ ਮਤਲਬ ਤੁਹਾਡੀਆਂ ਨਹੀਂ, ਚਿਕਨ ਦੀਆਂ ਬੋਟੀਆਂ 'ਚ ਟੇਸਟ ਆਵੇ ਅਤੇ ਤੁਸੀਂ ਇਹਨੂੰ ਆਹ ਸਟੈਪ ਲਾਜ਼ਮੀ ਕਰਨਾ। ਇਹਨੂੰ ਫਰਾਈ ਜ਼ਰੂਰ ਕਰਨਾ ਘੀ ਅਤੇ ਪਿਆਜ਼ਾਂ ਦੇ ਵਿੱਚ। ਇਹਨੂੰ ਇੰਨਾ ਫਰਾਈ ਕਰਨਾ ਕਿ ਇਹਦਾ ਬਿਲਕੁਲ ਕਲਰ ਚੇਂਜ ਹੋ ਜਾਵੇ ਔਰ ਇਹਦੇ ਵਿੱਚ ਜਿਹੜਾ ਪਾਣੀ ਹੈ ਨਾ ਉਹ ਸਾਰਾ ਖੁਸ਼ਕ ਹੋ ਜਾਵੇ। ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਫਰਾਈ ਕਰਦੇ ਜਾਣਾ ਬਿਲਕੁਲ। ਔਰ ਚਿਕਨ ਔਰ ਆਇਲ ਅੱਛਾ ਵਾ ਇਹਦੇ ਵਿੱਚ, ਚਿਕਨ ਨੀਚੇ ਵੀ ਨਹੀਂ ਲੱਗੂਗਾ।
ਤੁਸੀਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਓਗੇ। ਜਦੋਂ ਤੁਸੀਂ ਦੇਖੋਗੇ ਕਿ ਤੁਹਾਡਾ ਚਿਕਨ ਫਰਾਈ ਹੋ ਗਿਆ, ਫਿਰ ਆਪਾਂ ਨਾਲ ਹੀ ਇਹਦਾ ਅਗਲਾ ਸਟੈਪ ਕਰਦੇ। ਅਗਰ ਤੁਸੀਂ ਸਟੈਪ ਬਾਏ ਸਟੈਪ ਇਸ ਵੀਡੀਓ ਨੂੰ, ਇਸ ਰੈਸਪੀ ਨੂੰ ਫਾਲੋ ਕੀਤਾ ਤਾਂ ਤੁਹਾਡੀ ਕਦੇ ਵੀ ਰੈਸਪੀ ਖਰਾਬ ਨਹੀਂ ਹੋਗੀ। 3 ਅਦਦ ਤੇਜ਼ਪਾਤ ਇਹਦੇ ਵਿੱਚ ਚਲ ਜਾਣਗੇ, ਕਾਲੀਆਂ ਮਿਰਚਾਂ 30-40, ਸੁੱਕਾ ਧਨੀਆ 1 ਚਮਚ, ਉਹੀ ਵਾਲਾ ਜਿਹੜਾ ਤੁਹਾਨੂੰ ਦਿਖਾਇਆ, ਲੌਂਗ 15 ਤੋਂ 20, ਸਬਜ਼ ਇਲਾਇਚੀਆਂ 6-7, ਬੜੀਆਂ ਇਲਾਇਚੀਆਂ 3-4, ਦਾਲਚੀਨੀ ਦੇ 2-2 ਇੰਚ ਦੇ ਟੁਕੜੇ 2 ਅਦਦ। ਉਹ ਇਹਦੇ ਵਿੱਚ ਪਾਵਾਂਗੇ। ਇਹ ਜਦੋਂ ਮਸਾਲੇ ਆਪਾਂ ਇਹਨੂੰ ਘੀ 'ਚ ਪਾਵਾਂਗੇ ਨਾ, ਮਿਰਚਾਂ ਪਾਉਣੇ ਤੋਂ ਪਹਿਲੇ, ਤੇ ਇਹਨਾਂ ਦਾ ਤੁਸੀਂ ਯਕੀਨ ਕਰੋ ਇੰਨਾ ਹੀ ਜ਼ਬਰਦਸਤ ਫਲੇਵਰ ਆਊਗਾ ਨਾ ਕਿ ਜ਼ਾਇਕਾ ਨਿਕਲ ਕੇ ਆਉਂਦਾ ਇਹਨਾਂ ਚੀਜ਼ਾਂ ਦਾ। ਜਦੋਂ ਇਹਨਾਂ ਚੀਜ਼ਾਂ ਦਾ ਜ਼ਾਇਕਾ ਨਿਕਲਦਾ, ਫਿਰ ਤੁਹਾਡੀ ਉਹ ਬਿਰਯਾਨੀ ਦੇ ਵਿੱਚ ਵੀ ਜ਼ਾਇਕਾ ਸ਼ਾਮਲ ਹੁੰਦਾ, ਜਿਹਦੀ ਖੁਸ਼ਬੂ ਆਉਂਦੀ ਹੈ ਚਾਵਲਾਂ ਦੇ ਵਿੱਚ। ਇਹ ਦੇਖੋ, ਹੁਣ ਇਹ ਤੁਹਾਨੂੰ ਮੈਂ ਚਮਚ ਦਿਖਾ ਰਹੀ ਹਾਂ, ਇਹ ਉਹੀ ਵਾਲਾ ਚਮਚ ਹੈ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਖਾਇਆ ਤਾਂ। ਇਹ 3 ਚਮਚ ਜ਼ੀਰੇ ਦੇ ਮੈਂ ਪਾਏ ਆ, 3 ਚਮਚ। 1 ਕਿਲੋ 'ਚ 1 ਚਮਚ ਜਾਣਾ, 3 ਕਿਲੋ 'ਚ 3 ਚਮਚ ਜਾਣੇ ਆ ਜੀ। 3 ਚਮਚ ਜਦੋਂ ਆਪਾਂ ਇਹਨੂੰ ਪਾ ਲੈਣਾ, ਆਪਾਂ ਫਿਰ ਇਹਨੂੰ ਮਿਕਸ ਕਰਨਾ। ਇਹ ਤੁਸੀਂ ਸਾਰੇ ਇਸ ਚੀਜ਼ ਦਾ ਜ਼ਿਹਨ 'ਚ ਖਿਆਲ ਰੱਖਣਾ ਕਿ ਇਹ ਤਮਾਮ ਤਰ ਚੀਜ਼ਾਂ ਜਿਹੜੀਆਂ ਮੈਂ ਟਮਾਟਰ ਪਾਉਣੇ ਤੋਂ ਪਹਿਲੇ ਔਰ ਮਿਰਚਾਂ ਪਾਉਣੇ ਤੋਂ ਪਹਿਲੇ ਪਾਈਆਂ। ਹੁਣ 1 ਚਮਚ ਭਰ ਕੇ ਨਮਕ ਦਾ ਇਹਦੇ ਵਿੱਚ ਪਾਤਾ, ਦੂਸਰਾ ਚਮਚ ਭਰ ਕੇ ਨਮਕ ਦਾ ਇਹਦੇ ਵਿੱਚ ਪਾਤਾ, ਹੁਣ ਤੀਸਰਾ ਚਮਚ ਭਰ ਕੇ ਇਹਦੇ ਵਿੱਚ ਨਮਕ ਦਾ ਪਾਤਾ। ਬਸ 3 ਚਮਚ ਕੋਰਮੇ ਲਈ ਬਹੁਤ ਜ਼ਿਆਦਾ ਨੇ। ਬਹੁਤ ਜ਼ਿਆਦਾ ਦਾ ਮਤਲਬ ਇਹ ਨਹੀਂ ਕਿ ਪੂਰੇ ਨੇ, ਬਸ ਪਰਫੈਕਟ ਨਹੀਂ। ਇਹਦੇ ਵਿੱਚ ਪਰਫੈਕਟ ਨਮਕ ਆ, ਤੁਹਾਨੂੰ ਚਖਣੇ ਦੀ ਜ਼ਰੂਰਤ ਨਹੀਂ ਪਏਗੀ, ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਏਗੀ, ਨਾ ਘੱਟ ਹੋਏਗਾ ਨਾ ਵੱਧ ਹੋਏਗਾ। ਇਹਨੂੰ ਅੱਛੀ ਤਰ੍ਹਾਂ ਕਰ ਲੈਂਦੇ ਮਿਕਸ, ਤਾਂ ਕਿ ਤਮਾਮ ਤਰ ਚੀਜ਼ਾਂ ਦੇ ਵਿੱਚ ਨਮਕ ਆ ਜਿਹੜਾ ਸਾਡਾ ਗੋਸ਼ਤ ਦੇ ਵਿੱਚ ਜਜ਼ਬ ਹੋ ਜਾਵੇ ਅਤੇ ਇਹਦੇ ਵਿੱਚ ਜ਼ਾਇਕਾ ਫਲੇਵਰ ਜਿਹੜਾ ਜ਼ਬਰਦਸਤ ਜਿਹਾ ਆ ਜਾਵੇ। ਟਮਾਟਰ 1 ਕਿਲੋ ਟਮਾਟਰ, 1 ਕਿਲੋ ਟਮਾਟਰ ਇਸ ਤਰ੍ਹਾਂ ਕੱਟ ਕੇ ਆਪਾਂ ਇਹਦੇ ਵਿੱਚ ਪਾ ਦੇਣੇ ਨੇ। ਔਰ ਫਿਰ ਸੁਰਖ ਮਿਰਚਾਂ ਦੇ 2 ਚਮਚ, ਸੁੱਕਾ ਧਨੀਆ ਕੁੱਟਿਆ ਹੋਇਆ 1 ਚਮਚ, ਔਰ ਹਲਦੀ 1 ਚਮਚ ਉਹ ਇਹਦੇ ਵਿੱਚ ਜਾਣਾ ਆ। 1 ਚਮਚ ਭਰ ਕੇ ਨਹੀਂ, ਬਰਾਬਰ ਬਰਾਬਰ ਇਹਦੇ ਵਿੱਚ ਪਾਉਣਾ। ਬਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤਾਂ ਕਿ ਟਮਾਟਰ ਔਰ ਚਿਕਨ ਦੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਇਹ ਸਾਰੇ ਮਸਾਲੇ ਸਾਡੇ ਭੁੰਨ ਜਾਣ, ਫਰਾਈ ਹੋ ਜਾਣ, ਚੰਗੀ ਤਰ੍ਹਾਂ ਮਿਕਸ ਵੀ ਹੋ ਜਾਣ, ਮੈਸ਼ ਵੀ ਹੋ ਜਾਣ, ਔਰ ਇੱਕ ਜ਼ਬਰਦਸਤ ਜੀ ਗਰੇਵੀ ਵੀ ਬਣ ਕੇ ਸਾਹਮਣੇ ਆ ਜਾਏ। ਸਿਰਫ ਔਰ ਸਿਰਫ ਤੁਸੀਂ ਮਸਾਲਿਆਂ ਦੇ ਟੇਸਟ ਦਾ ਖਿਆਲ ਰੱਖੋਗੇ ਔਰ ਇਹਨਾਂ ਨੂੰ ਪਕਾਣੇ ਦਾ ਖਿਆਲ ਰੱਖੋਗੇ, ਇਹਨਾਂ ਨੂੰ ਫਰਾਈ ਦਾ ਟਾਈਮ ਇਹਨਾਂ 'ਤੇ ਦਿਓਗੇ ਤਾਂ ਤੁਹਾਡੀ ਬਿਰਯਾਨੀ ਦਾ ਜ਼ਾਇਕਾ ਬਿਲਕੁਲ ਜ਼ਬਰਦਸਤ ਜਿਹਾ ਆਊਗਾ। ਜਿਸ ਤਰ੍ਹਾਂ ਸਾਡੇ ਟਮਾਟਰ ਹੁੰਦੇ ਨੇ ਜੀ ਨਰਮ, ਅਤੇ ਨਾਲ ਹੀ ਆਪਾਂ ਇਹਦੇ ਵਿੱਚ 10 ਤੋਂ 15 ਹਰੀਆਂ ਮਿਰਚਾਂ ਇਹਦੇ ਵਿੱਚ ਪਾ ਦੇਣੀਆਂ ਡੰਡੀਆਂ ਸਮੇਤ। ਆਹ 3 ਚਮਚ ਉਹੀ ਵਾਲੇ ਜਿਹੜੇ ਮੈਂ ਤੁਹਾਨੂੰ ਦਿਖਾਇਆ ਬਿਰਯਾਨੀ ਮਸਾਲਾ, ਜਿਹੜਾ ਘਰ ਦਾ ਬਣਾਇਆ ਹੋਇਆ ਬਿਰਯਾਨੀ ਮਸਾਲਾ ਹੈ, ਉਹ ਵਾਲਾ ਹੈ। 3 ਚਮਚ ਇਹਦੇ ਵਿੱਚ ਪਾਇਆ। ਫਿਰ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ, ਔਰ ਨਾਲ ਨਾਲ ਇਹਨੂੰ ਤੁਸੀਂ ਚਮਚ ਚਲਾਉਂਦੇ ਜਾਣਾ, ਫਰਾਈ ਕਰਦੇ ਰਹਿਣਾ। ਅੱਛਾ, ਇਹਦੇ ਵਿੱਚ ਤੁਹਾਨੂੰ ਇੱਕ ਟਿਪ ਦਿੰਦੀ ਜਾਵਾਂ, ਜਦੋਂ ਤੁਸੀਂ ਚਾਵਲ ਬੋਇਲ ਕਰਨੇ ਨੇ ਨਾ, ਅਤੇ ਚਾਵਲ ਜਿਹੜੇ ਤੁਸੀਂ ਹਾਈ ਫਲੇਮ 'ਤੇ ਬੋਇਲ ਕਰਨੇ, ਸਲੋ ਅੱਗ 'ਤੇ ਬਿਲਕੁਲ ਵੀ ਬੋਇਲ ਨਹੀਂ ਕਰਨੇ। ਹੁਣ ਇਮਲੀ ਦਾ ਪਾਣੀ, ਇਮਲੀ ਭੇ ਕੇ ਰੱਖ ਦਿਓ 1 ਗਿਲਾਸ ਪਾਣੀ ਦੇ ਵਿੱਚ। 1 ਪਾਈਆ ਇਮਲੀ, ਕਿੰਨੀ 1 ਪਾਈਆ ਇਮਲੀ ਲੈ ਲੈਣੀ, ਇਹਨੂੰ ਭੇ ਕੇ ਰੱਖ ਦੇਣਾ। ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਅਤੇ ਫਿਰ ਇਹਨੂੰ ਛਾਣ ਕੇ ਪਾਣੀ ਉਹਦਾ ਇਹਦੇ ਵਿੱਚ ਪਾ ਦੇਣਾ। ਤੁਸੀਂ ਹੁਣ ਦੇਖ ਰਹੇ ਹੋਗੇ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਸਾਡਾ ਜਿਹੜਾ ਗਰੇਵੀ ਦੀ ਤਿਆਰ ਹੋ ਗਈ ਆ ਸਾਡੇ ਕੋਰਮੇ ਦੀ। ਦਹੀਂ ਕਿੰਨਾ, ਅੱਧਾ ਕਿਲੋ, 3 ਕਿਲੋ ਚਾਵਲਾਂ ਦੀ ਬਿਰਯਾਨੀ ਵਿੱਚ ਅੱਧਾ ਕਿਲੋ ਦਹੀਂ ਪਾ ਦੇਣਾ। ਦਹੀਂ ਪਾਣੇ ਤੋਂ ਬਾਅਦ ਤੁਸੀਂ ਚੁੱਲ੍ਹੇ ਦੀ ਆਂਚ ਹਲਕੀ ਕਰ ਦੇਣੀ ਆ ਔਰ ਇਹਨੂੰ ਮਿਕਸ ਕਰਨਾ, ਬਿਲਕੁਲ ਆਂਚ ਹਲਕੀ ਕਰ ਦੇਣੀ ਆ, ਦਮ ਵਾਲੀ ਕਰ ਦੇਣੀ ਆ। ਆ ਦੇਖੋ ਬਿਲਕੁਲ ਇਸ ਤਰ੍ਹਾਂ ਫਿਰ ਇਹਨੂੰ ਮਿਕਸ ਕਰਨਾ। ਫਿਰ ਆਹਿਸਤਾ ਸਲੋ ਅੱਗ ਥੋੜ੍ਹੀ ਜਿਹੀ ਕਰਕੇ ਫਿਰ ਇਹਨੂੰ ਪਕਾਉਣਾ ਸ਼ੁਰੂ ਕਰਨਾ। ਜਦੋਂ ਹੀ ਜਿਵੇਂ ਹੀ ਹੁਣ ਦਹੀਂ ਦਾ ਪਾਣੀ ਖੁਸ਼ਕ ਹੋਏਗਾ, ਬਿਲਕੁਲ ਮਸਾਲਾ ਗਰੇਵੀ ਸਾਡੀ ਤਿਆਰ ਹੋ ਜਾਏਗੀ, ਬਿਲਕੁਲ ਮਸਾਲਾ ਤਿਆਰ ਹੋ ਜਾਏਗਾ, ਫਿਰ ਆਪਾਂ ਇਹਦਾ ਅਗਲਾ ਪ੍ਰੋਸੈਸ ਕਰਾਂਗੇ। ਇਹ ਦੇਖੋ ਤੁਸੀਂ ਚਾਵਲ ਸਾਡੇ ਉਬਲ ਗਏ ਨੇ। ਚਾਵਲ ਅਸੀਂ 80% ਉਬਾਲੇ ਨੇ, 80 ਤੋਂ 85% ਚਾਵਲ ਉਬਾਲੇ ਨੇ ਵਿੱਚ ਕਣੀ ਛੋੜ ਕੇ। ਦੋਵੇਂ ਚਾਵਲ ਉਬਾਲ ਗਏ, ਇਹਨਾਂ ਨੂੰ ਕੱਢ ਕੇ ਤੁਸੀਂ ਰੱਖ ਲਓ। ਇਹਨਾਂ ਦੇ ਉੱਤੇ ਠੰਡਾ ਪਾਣੀ ਨਹੀਂ ਪਾਉਣਾ, ਇਹਨਾਂ ਨੂੰ ਇੰਨੇ ਖੁੱਲ੍ਹੇ ਪਾਣੀ 'ਚ ਉਬਾਲਣਾ ਕਿ ਇਹਨਾਂ ਦਾ ਪਾਣੀ ਵਿੱਚ ਰਵੇ, ਅਤੇ ਫਿਰ ਇਹਨਾਂ ਨੂੰ ਕੱਢ ਕੇ ਛਾਣਨੀ 'ਚ ਰੱਖ ਲਓ ਪਾਣੀ, ਤਾਂ ਕਿ ਸਾਰਾ ਗੁਜ਼ਰ ਜਾਵੇ। ਇਹ ਬਿਲਕੁਲ ਖੁਸ਼ਕ ਹੋ ਜਾਣ। ਅੱਜ ਤੁਸੀਂ ਚੈੱਕ ਕਰੋ ਜੀ, ਗਰੇਵੀ ਸਾਡੀ ਜਿਹੜੀ ਮਾਸ਼ਾਅੱਲਾ ਬਹੁਤ ਹੀ ਅੱਛੀ ਤਿਆਰ ਹੋਈ ਆ। ਕੋਰਮਾ ਬੜਾ ਜ਼ਬਰਦਸਤ ਜਿਹਾ ਤਿਆਰ ਹੋ ਗਿਆ, ਜ਼ਬਰਦਸਤ ਜਿਹਾ ਦੇਖੋ ਬੋਟੀਆਂ ਦਾ ਰੰਗ ਵੀ ਆ ਗਿਆ। ਹੁਣ ਬਿਲਕੁਲ ਇਹਦੇ 'ਤੇ ਜਿਸ ਤਰ੍ਹਾਂ ਮਸਾਲਾ ਘੀ ਛੋੜ ਦੇਗਾ। ਇੱਕ ਨਾਲ ਲੈ ਲੈਣਾ ਖੁੱਲ੍ਹਾ ਪਤੀਲਾ। ਚਾਵਲ ਪਕਾਉਣ ਲਈ ਬਰਤਨ ਬਹੁਤ ਮੈਟਰ ਕਰਦਾ ਕਿ ਬਰਤਨ ਖੁੱਲ੍ਹਾ ਹੋਵੇ। ਹੁਣ ਜਿਹੜਾ ਘੀ ਆਪਣੇ ਕੋਰਮੇ ਦੇ ਉੱਤੇ ਸੀ, ਉਹ ਥੋੜ੍ਹਾ ਜਿਹਾ ਮੈਂ ਲਵਾਂਗੀ ਇਹਦੇ ਨੀਚੇ, ਪੈਨ ਦੇ ਜਾਂ ਪਤੀਲੇ ਦੇ ਨੀਚੇ ਡਾਲ ਦੂੰਗੀ, ਤਾਂ ਕਿ ਚਾਵਲ ਸਾਡੇ ਨੀਚੇ ਚਿਪਕਣ ਨਾ। ਹੁਣ ਇਹਦੇ ਵਿੱਚ ਅਸੀਂ ਪਾ ਦੇਣੇ ਨੇ ਜੀ ਚਾਵਲਾਂ ਦੀ ਇੱਕ ਤਹਿ, ਅਸੀਂ ਲਾ ਦੇਣੀ ਨਹੀਂ। ਚਾਵਲਾਂ ਦੀ ਇੱਕ ਤਹਿ ਅਸੀਂ ਇਸ ਤਰ੍ਹਾਂ ਪਤੀਲੇ ਦੇ ਨੀਚੇ ਲਾ ਦੇਣੀ ਆ। ਅੱਗ ਬਿਲਕੁਲ ਤੁਸੀਂ ਇਹਦੇ ਥੱਲੇ ਦਮ ਵਾਲੀ ਰੱਖਣੀ ਆ। ਇਸ ਤਰ੍ਹਾਂ
ਇੱਕੋ ਜਿਹੀ ਕਰਕੇ 4 ਚਫੇਰੇ ਚਾਵਲ ਪਤੀਲੇ ਦੇ ਇੱਕੋ ਜਿਹੀ ਕਰਕੇ ਤਹਿ ਲਾ ਦੇਣੀ ਆ। ਤੁਸੀਂ ਅੱਧੇ ਚਾਵਲ ਪਾ ਦਿਓ, ਤੁਹਾਡੀ ਮਰਜ਼ੀ, ਤੁਸੀਂ 2 ਤਹਿਵਾਂ ਲਾ ਲਓ, ਤੁਹਾਡੀ ਮਰਜ਼ੀ ਤੁਸੀਂ 3 ਤਹਿਵਾਂ ਲਾ ਲਓ। ਮੈਂ ਤਕਰੀਬਨ ਇਹਦੇ ਵਿੱਚ 2 ਤਹਿਵਾਂ ਲਾਈਆਂ ਔਰ ਇਹਨੂੰ ਆਪਾਂ ਅੱਧੇ ਚਾਵਲ ਪਾ ਕੇ ਹੁਣ ਮੈਂ ਇਹਦੇ ਉੱਤੇ ਅੱਧਾ ਜਿਹੜਾ ਕੋਰਮਾ ਉਹ ਇਹਦੇ ਉੱਤੇ ਪਾ ਦੇਣਾ। ਵਿੱਚੇ ਬੋਟੀਆਂ, ਵਿੱਚੇ ਗਰੇਵੀ ਮਸਾਲਾ, ਇਹਦੇ ਵਿੱਚ ਆਇਲ। ਇਹਦੇ ਵਿੱਚ ਤੁਹਾਨੂੰ ਆਇਲ ਐਕਸਟਰਾ ਪਾਉਣ ਦੀ ਜ਼ਰੂਰਤ ਨਹੀਂ ਹੋਣੀ, ਕਿਉਂਕਿ ਇਹਦੇ ਵਿੱਚ ਆਇਲ ਮੈਂ ਥੋੜ੍ਹਾ ਜਿਹਾ ਪਹਿਲੇ ਜ਼ਿਆਦਾ ਕੋਰਮੇ 'ਚ ਰੱਖਿਆ ਤਾਂ ਕਿ ਆਇਲ ਚਾਵਲਾਂ ਦੇ ਵਿੱਚ ਪੂਰਾ ਆ ਸਕੇ। ਇਸ ਤਰ੍ਹਾਂ ਮੈਂ ਸਾਰਾ ਜੀ ਇਹਦੇ ਵਿੱਚ ਪਾ ਦਿੰਦੀ ਹਾਂ। ਅੱਧਾ ਵਾਲਾ ਹਿੱਸਾ ਇਹਦੇ ਉੱਪਰ ਬਿਲਕੁਲ ਚਾਵਲਾਂ ਨੂੰ ਕਵਰ ਕਰ ਦਿੰਦੀ ਹਾਂ ਔਰ ਬਾਕੀ ਦੇ ਜਿਹੜੇ ਚਾਵਲ ਨੇ ਮੇਰੇ ਕੋਲ ਬਚੇ ਉਹ ਮੈਂ ਇਹਦੇ ਉੱਤੇ ਪਾ ਦੇਣੇ ਨੇ। ਇਹ ਜੀ ਹੋ ਗਿਆ ਇੱਕ ਬਰਤਨ ਖਾਲੀ, ਅਤੇ ਹੁਣ ਅਸੀਂ ਕਰਦੇ ਹਾਂ ਇਹਦੇ ਵਿੱਚ ਦੂਸਰਾ ਬਰਤਨ ਖਾਲੀ ਜੀ। ਮਾਸ਼ਾਅੱਲਾ 3 ਕਿਲੋ ਚਾਵਲਾਂ ਦੀ ਪਰਫੈਕਟ ਬਿਰਿਆਨੀ ਦੀ ਰੈਸਪੀ ਆ। ਤੁਸੀਂ ਕਹੋਗੇ ਕਿ ਵਾਕਈ ਕਿਸੇ ਨੇ ਰੈਸਪੀ ਤੁਹਾਨੂੰ ਦਿੱਤੀ ਔਰ ਇਹਨੇ ਜ਼ਬਰਦਸਤ ਚਾਵਲ ਬਣਦੇ ਨੇ। ਇਹਨਾਂ ਦੀ ਤੈਅ ਕਰ ਲਈ ਹੈ ਬਰਾਬਰ ਤੈਅ ਕਰਨੇ ਤੋਂ ਬਾਅਦ ਅਸੀਂ ਇਹਦੇ 'ਚ ਜੀ ਫਿਰ ਜਿਹੜਾ ਕੋਰਮਾ ਆਪਣਾ ਬਚਿਆ ਹੁਣ ਸਾਰਾ ਅਸੀਂ ਇਹਦੇ ਉੱਤੇ ਪਾ ਦੇਣਾ। ਜਿੰਨਾ ਵੀ ਸਾਡੇ ਕੋਲ ਕੋਰਮਾ ਬਚਿਆ ਅਸੀਂ ਇਹਦੇ ਉੱਪਰ ਪਾ ਦੇਣਾ, ਸਾਰਾ ਮਸਾਲਾ, ਸਾਰਾ ਆਇਲ। ਇਹਦੇ ਵਿੱਚ ਕੋਈ ਸੈਪਰੇਟ ਆਇਲ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਹੋਰ ਆਇਲ ਪਾਉਣ ਦੀ ਜ਼ਰੂਰਤ ਹੀ ਨਹੀਂ ਰਹੀ ਸਾਨੂੰ। ਸਾਰਾ ਮਸਾਲਾ ਮੈਂ ਇਹਦੇ 'ਤੇ ਪਾ ਦੇਣੀ ਹੈ। ਚੰਗੀ ਤਰ੍ਹਾਂ ਬਰਤਨ ਸਾਫ਼ ਕਰਕੇ ਪਾਇਓ, ਕੋਈ ਵੀ ਚੀਜ਼ ਪਿੱਛੇ ਨਾ ਬਚਾਇਆ ਕਰੋ, ਬਰਤਨਾਂ ਨੂੰ ਕੋਈ ਚੀਜ਼ ਲੱਗੀ ਨਾ ਰਹਿਣ ਦਿਆ ਕਰੋ, ਜ਼ਾਇਆ ਨਾ ਕਰਿਆ ਕਰੋ। ਰਿਸਕ ਜ਼ਾਇਆ ਕਰਨੇ ਨਾਲ ਅੱਲਾਹ ਤਾਲਾ ਨਾਰਾਜ਼ ਹੁੰਦੇ ਨੇ। ਜਿੰਨਾ ਹੋ ਸਕੇ ਰਿਸਕ ਦੀ ਕਦਰ ਕਰੋ, ਰਿਸਕ ਨੂੰ ਸੰਭਾਲਿਆ ਕਰੋ। ਸਾਰਾ ਮਸਾਲਾ ਬਿਲਕੁਲ ਸਾਫ਼ ਕਰਕੇ ਅੱਛੀ ਤਰ੍ਹਾਂ ਮੈਂ ਪਤੀਲੇ ਦੇ ਵਿੱਚ ਇਹਦੇ ਚਾਵਲਾਂ ਦੇ ਉੱਤੇ ਪਾ ਦਿੰਦੀ ਹਾਂ ਤਾਂ ਕਿ ਸਾਡੀ ਤੈਅ ਇੱਕ ਤਰ੍ਹਾਂ ਪਰਫੈਕਟ ਹੋ ਜਾਏ। ਹੁਣ ਬਾਕੀ ਥੋੜ੍ਹੇ ਜਿਹੇ ਚਾਵਲ ਮੈਂ ਬਚਾ ਕੇ ਰੱਖੇ 1-2 ਪਲੇਟਾਂ ਜਿੰਨੇ, ਜਿਹੜੇ ਮੈਂ ਇਸ ਦੇ ਉੱਤੇ ਪਾਉਣੇ ਨੇ। ਇਸ ਦੇ ਉੱਤੇ ਥੋੜ੍ਹੇ ਜਿਹੇ ਚਾਵਲ ਪਾਉਣੇ ਨੇ ਬਸ, ਐਸੇ ਤਰ੍ਹਾਂ 1-2 ਪਲੇਟਾਂ ਹੀ ਹੋਣਗੀਆਂ ਮੈਂ ਇਹਦੇ ਵਿੱਚ ਪਾਊਂਗੀ ਔਰ ਫਿਰ ਤਾਂ ਕਿ ਅਸੀਂ ਇਹਦੇ ਉੱਤੇ ਪਰਫੈਕਟ ਕੋਟਿੰਗ ਕਰ ਸਕੀਏ। ਇਹ ਦੇਖੋ ਇਸ ਤਰ੍ਹਾਂ ਮਾਸ਼ਾਅੱਲਾ ਜੀ ਸਾਰੇ ਚਾਵਲ ਮੈਂ ਇਹਦੇ ਉੱਤੇ ਪਾ ਦਿੰਦੀ ਹਾਂ ਔਰ ਫਿਰ ਆਪਾਂ ਜੀ ਇਹਦੇ ਉੱਤੇ ਹੁਣ ਜਿਹੜੀ ਇਹਦੇ ਉੱਤੇ ਆਪਾਂ ਕੋਟਿੰਗ ਕਰਨੀ ਆ ਉਹ ਕਿਸ ਤਰ੍ਹਾਂ ਦੀ। ਪਿਆਜ਼ ਜਿਹੜੇ ਮੈਂ ਬਰਾਊਨ ਕਰਕੇ ਕੱਢ ਕੇ ਰੱਖੇ ਸੀ ਉਹ ਵਾਲੇ ਪਿਆਜ਼ ਇਹਦੇ 'ਤੇ ਪਾ ਦੇਣੇ ਆ ਸਾਰੇ, ਬੜੇ ਜ਼ਬਰਦਸਤ ਲੱਗਦੇ ਨੇ ਫਰਾਈ ਪਿਆਜ਼। ਲੈਮਨ ਕੱਟ ਕੇ 4 ਤੋਂ 5, ਲੀਮੂ ਬਰੀਕ ਸਲਾਈਸ 'ਤੇ ਕੱਟ ਕੇ ਉਹਦੇ ਉੱਤੇ ਪਾ ਦਿਓ। ਹਰੀਆਂ ਮਿਰਚਾਂ ਪਾ ਦਿਓ ਥੋੜ੍ਹੀਆਂ ਕੱਟ ਕੇ ਇਹਦੇ ਉੱਤੇ ਤੁਸੀਂ ਚਾਹੋ ਤਾਂ ਇੱਥੇ ਅਦਰਕ ਵੀ ਤੁਸੀਂ ਥੋੜ੍ਹਾ ਜਿਹਾ ਉੱਤੇ ਪਾ ਸਕਦੇ ਹੋ, ਅਦਰਕ ਦੇ ਲੰਬੇ ਸਲਾਈਸ ਕੱਟ ਕੇ। ਹੁਣ ਔਰੇਂਜ ਫੂਡ ਕਲਰ ਉਹ ਤੁਸੀਂ ਇਹਦੇ ਵਿੱਚ ਪਾ ਦਿਓ ਔਰ ਤਕਰੀਬਨ ਔਰੇਂਜ ਫੂਡ ਕਲਰ ਦੇ ਪਾ ਕੇ ਤੁਸੀਂ 3 ਤੋਂ 4 ਖਾਣੇ ਦੇ ਚਮਚ ਇਹਨੂੰ ਦਮ ਦੇ ਦਿਓ 15 ਮਿੰਟ ਲਈ। ਦਮ ਵਾਲੀ ਆਂਚ 'ਤੇ 15 ਮਿੰਟ ਤੋਂ ਦਮ ਦੇਣੇ ਤੋਂ ਬਾਅਦ ਤੁਸੀਂ ਇਹਨੂੰ 2 ਮਿੰਟ ਅੱਗ ਬੰਦ ਕਰਕੇ ਪਏ ਰਹਿਣ ਦੇਣਾ। 16-17 ਮਿੰਟ ਹੋ ਜਾਣੇ। 2 ਮਿੰਟ ਦੇ ਬਾਅਦ ਤੁਸੀਂ ਦੇਖੋ ਖੋਲੋਗੇ, ਮਾਸ਼ਾਅੱਲਾ ਜੀ ਬਹੁਤ ਹੀ ਜ਼ਬਰਦਸਤ, ਬਹੁਤ ਪਿਆਰੀ ਖੁਸ਼ਬੂ ਆ ਰਹੀ ਹੈ। ਤੁਸੀਂ ਕਹੋਗੇ ਕਿ ਖੁਸ਼ਬੂ ਨਾਲ ਪੂਰਾ ਕਿਚਨ ਹੀ ਤੁਹਾਡਾ ਮਹਿਕ ਗਿਆ ਔਰ ਪੱਕੀ ਗੱਲ ਆ ਤੁਹਾਡੇ ਹਮਸਾਏ ਤਾਂ ਜ਼ਰੂਰ ਆਉਣਗੇ ਇਹਦੀ ਖੁਸ਼ਬੂ ਸੁਣ ਕੇ ਕਿ ਅੱਜ ਇਹਨਾਂ ਨੇ ਬਿਰਿਆਨੀ ਪਤਾ ਨਹੀਂ ਕਿਤੋਂ ਸਪੈਸ਼ਲ ਕਿਸਮ ਦੀ ਬਣਾਈ ਆ। ਹੁਣ ਜੀ ਆਪਾਂ ਇਹਨਾਂ ਨੂੰ ਹਿਲਾ ਲੈਂਦੇ ਹਾਂ। ਮਾਸ਼ਾਅੱਲਾ ਦੇਖੋ ਜੀ ਖੂਬਸੂਰਤ ਇੱਕ ਚਾਵਲ ਖਿਲਿਆ ਦਾਣਾ ਬਣਿਆ, ਖੂਬਸੂਰਤ ਇਹਦੇ ਵਿੱਚ ਰੰਗ ਆਇਆ ਜ਼ਬਰਦਸਤ। ਜੇ ਸਾਡੇ ਚਿਕਨ ਬਿਰਿਆਨੀ ਦੀ ਰੈਸਪੀ ਤਿਆਰ ਹੋ ਗਿਆ। 3 ਕਿਲੋ ਚਾਵਲ ਅਤੇ 3 ਕਿਲੋ ਚਿਕਨ, ਪਰਫੈਕਟ ਚਿਕਨ ਬਿਰਿਆਨੀ ਦੀ ਰੈਸਪੀ ਮੈਂ ਤੁਹਾਨੂੰ ਦਿੱਤੀ ਆ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ ਔਰ ਇਹ ਰੈਸਪੀ ਵੀ ਤੁਹਾਡੇ ਲਈ ਬਹੁਤ ਯੂਜ਼ਫੁਲ ਹੋਏਗੀ ਔਰ ਤੁਸੀਂ ਇਹਨੂੰ ਬਣਾਓਗੇ, ਟਰਾਈ ਕਰੋਗੇ ਤਾਂ ਮੈਨੂੰ ਜ਼ਰੂਰ ਦੱਸਿਓ ਔਰ ਮੈਨੂੰ ਇਹ ਵੀ ਦੱਸਿਓ ਕਿ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਹੋ। ਚਲੋ ਜੀ ਆਪਾਂ ਸਾਰੀ ਜੀ ਇਹਨੂੰ ਅੱਛੇ ਤਰੀਕੇ ਨਾਲ ਹਿਲਾ ਲੈਣੇ। ਮਾਸ਼ਾਅੱਲਾ ਇੰਨਾ ਭਰਿਆ ਹੋਇਆ ਕਿ ਮੇਰੇ ਕੋਲ ਤਾਂ ਹਿਲਾਇਆ ਵੀ ਨਹੀਂ ਜਾ ਰਿਹਾ ਇੰਨਾ ਅੱਛੀ ਤਰ੍ਹਾਂ। ਮੈਂ ਤਾਂ ਮੁਖਤਲਿਫ ਇੱਧਰ ਉੱਧਰੋਂ ਕਰਕੇ ਪਤੀਲੇ ਨੂੰ ਹਿਲਾ ਰਹੀ ਹਾਂ, ਕੜਛੀ ਨੂੰ, ਕਿਉਂਕਿ ਪਤੀਲਾ ਤਾਂ ਮੇਰੇ ਕੋਲ ਘੁੰਮ ਹੀ ਨਹੀਂ ਰਿਹਾ। ਅਤੇ ਇਸ ਤਰ੍ਹਾਂ ਬਿਲਕੁਲ ਤੁਸੀਂ ਇਹਨੂੰ, ਲੇਕਿਨ ਤੁਸੀਂ ਦਮ ਖੋਲ੍ਹਣੇ ਤੋਂ ਬਾਅਦ ਇਹ ਕੋਸ਼ਿਸ਼ ਕਰਨੀ ਹੈ ਕਿ 2 ਮਿੰਟ ਅੱਗ ਬੰਦ ਕਰਨੇ ਤੋਂ ਬਾਅਦ ਇਹਨੂੰ ਖੋਲ੍ਹਣਾ ਤਾਂ ਕਿ ਗਰਮ ਵਿੱਚ ਅਗਰ ਫੌਰਨ ਹੀ ਤੁਸੀਂ ਚਮਚ ਹਿਲਾਓਗੇ ਤਾਂ ਇਹ ਇੰਨੇ ਹੀ ਭਾਫ ਨਿਕਲਦੇ ਜਿਹੜੇ ਚਾਵਲ ਨੇ ਉਹ ਛੇਤੀ ਟੁੱਟ ਜਾਂਦੇ ਨੇ। ਹੁਣ ਆਪਾਂ ਇਹਨੂੰ ਸਰਵ ਕਰ ਲੈਂਦੇ ਹਾਂ। ਸਰਵ ਤੁਸੀਂ ਇਹਨੂੰ ਕਰੋ ਚਾਹੇ ਰਾਇਤੇ ਨਾਲ, ਚਾਹੇ ਸਲਾਦ ਨਾਲ, ਚਾਹੇ ਜਿਹਦੇ ਨਾਲ, ਯਕੀਨ ਮੰਨੋ ਕਿ ਇਹ ਵੈਸੇ ਹੀ ਇੰਨੀ ਮਜ਼ੇਦਾਰ ਹੈ ਕਿ ਤੁਹਾਨੂੰ ਰਾਇਤੇ ਦੀ, ਤੁਹਾਨੂੰ ਸਲਾਦ ਦੀ, ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਪੈਣੀ ਔਰ ਇੱਕ ਤੁਸੀਂ ਬਗੈਰ ਕਿਸੇ ਚੀਜ਼ ਤੋਂ ਇਹਨੂੰ ਪੂਰੀ ਦੀ ਪੂਰੀ ਪਲੇਟ ਚੱਟ ਕਰ ਜਾਓਗੇ। ਇਹਦੇ ਨਾਲ ਹੀ ਤੁਸੀਂ ਆਪਣਾ ਰੱਖੋ ਖਿਆਲ। ਮੈਨੂੰ ਦਿਓ ਇਜਾਜ਼ਤ, ਰੱਬ ਸੋਨੇ ਦੇ ਹਵਾਲੇ।